प्यारे बच्चों, अज आप 6वीं क्लास का पाठ दूसरा धरती ਦੀਆਂ ਗਤੀਆਂ ਦਾ भाग पहला ਕਰਨ जा रहे हैं। सवेरे सूरज पूर्व दिशा ਵਿੱਚ ਨਿਕਲਦਾ ਦਿਸਦਾ ਹੈ ਅਤੇ ਸ਼ਾਮ ਨੂੰ ਪੱਛਮ ਦਿਸ਼ਾ ਵਿੱਚ ਡੁੱਬਦਾ ਦਿਸਦਾ ਹੈ। ਇਵੇਂ ਲੱਗਦਾ ਹੈ ਕਿ ਜਿਵੇਂ ਸੂਰਜ ਧਰਤੀ ਦੇ ਦੁਆਲੇ ਚੱਕਰ ਕੱਟਦਾ ਹੈ, परंतु सच्चाई इस तो उलट है। अर्थात धरती सूरज के दुआले चक्कर कटती है। सूरज के चक्कर कट्टन के मिथ ने साइंसदानों को बड़े भंबल भूसे विच पाया ਅਤੇ अंत ਵਿੱਚ ਗੈਲੀਲੀਓ ਕੋਪਰਨਿਕਸ ਨਾਂ ਦੇ ਵਿਗਿਆਨੀਆਂ ਨੇ ਖੋਜ ਕੀਤੀ ਕਿ ਸੂਰਜ ਖੜਾ ਹੈ, ਧਰਤੀ ਘੁੰਮਦੀ ਹੈ। ਅਜੋਕੇ ਸਮੇਂ ਇਹ ਮੰਨਿਆ ਜਾ ਚੁੱਕਿਆ ਹੈ ਕਿ ਸੂਰਜ ਆਪਣੀ ਧੁਰੀ ਦੁਆਲੇ ਘੁੰਮ ਰਿਹਾ ਹੈ। ब्रह्मंड ਵਿੱਚ ਕੁਝ ਵੀ ਸਥਿਰ ਨਹੀਂ ਹੈ। ਬੱਚਿਓ, ਇਹ ਫੋਟੋਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਆ। ਇਹ ਪਹਿਲੀ ਫੋਟੋ ਗੈਲੀਲੀਓ ਦੀ ਹੈ, ਦੂਸਰੀ ਫੋਟੋ ਨਿਕੋਲਸ ਕੋਪਰਨਿਕਸ ਦੀ ਹੈ। ਬੱਚਿਓ, ਇਸ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ ਧਰਤੀ ਦੇਖਣ ਦੇ ਵਿੱਚ ਹੀ ਸਾਨੂੰ ਇੱਕ ਪਾਸੇ ਨੂੰ ਝੁਕੀ ਹੋਈ ਨਜ਼ਰ ਆ ਰਹੀ ਹੈ। ਧਰਤੀ ਆਪਣੇ ਧੁਰੇ ਦੁਆਲੇ ਪੱਛਮ ਤੋਂ ਪੂਰਬ ਵੱਲ ਨੂੰ ਘੁੰਮਦੀ ਹੈ। ਉਹ ਦਿਸ਼ਾ ਦੱਸੀ ਗਈ ਹੈ ਜਿੱਧਰ ਨੂੰ ਐਰੋ ਦਾ ਨਿਸ਼ਾਨ ਜਾਂਦਾ, ਇੱਧਰ ਨੂੰ ਧਰਤੀ ਘੁੰਮਦੀ ਹੈ। ਭੂਮੱਧ ਰੇਖਾ ਵਿੱਚ ਆ, ਜਿਹੜੀ ਆ ਲਾਲ ਲਾਈਨ ਟੇਢੀ ਹੈ, ਇਹ ਭੂਮੱਧ ਰੇਖਾ ਆ। ਤਾਂ ਜਿਹੜਾ ਪਲੱਸ ਬਣਿਆ ਹੋਇਆ ਇਹ ਦੱਸਦਾ ਪਿਆ ਵੀ ਜੇਕਰ ਧਰਤੀ ਸਿੱਧੀ ਹੋਵੇ ਤਾਂ ਇਸ ਪੋਜੀਸ਼ਨ 'ਚ ਹੋਵੇ, ਪਰ ਧਰਤੀ ਉੱਪਰਲੇ ਪਾਸਿਓਂ ਸੱਜੇ ਪਾਸੇ ਨੂੰ ਥੋੜ੍ਹੀ ਜਿਹੀ ਝੁਕੀ ਹੋਈ ਹੈ। ਥੱਲੇ ਦੇਖੋ ਲਿਖਿਆ ਧਰਤੀ ਦੇ ਧੁਰੇ ਦਾ ਝੁਕਾਅ। ਸਾਡੀ ਧਰਤੀ ਸੂਰਜ ਦੇ ਆਲੇ ਦੁਆਲੇ ਘੁੰਮਣ ਦੇ ਨਾਲ ਆਪਣੇ ਧੁਰੇ ਦੁਆਲੇ ਵੀ ਘੁੰਮਦੀ ਹੈ। ਇਸ ਤਰ੍ਹਾਂ ਧਰਤੀ ਦੀਆਂ ਦੋ ਗਤੀਆਂ ਦੈਨਿਕ ਗਤੀ ਅਤੇ ਵਾਰਸ਼ਿਕ ਗਤੀ ਬਣਦੀਆਂ ਹਨ। ਪਹਿਲਾਂ ਆਪਾਂ ਬੱਚਿਓ ਦੈਨਿਕ ਗਤੀ ਬਾਰੇ ਪੜਾਂਗੇ। ਦੈਨਿਕ ਮਤਲਬ ਦਿਨ, ਇੱਕ ਦਿਨ ਦੀ ਗਤੀ। ਹੱਥ ਨਾਲ ਗਲੋਬ ਨੂੰ ਘੁਮਾਓ, ਇਹ ਆਪਣੇ ਧੁਰੇ ਦੁਆਲੇ ਘੁੰਮਦਾ ਹੈ। ਇਸੇ ਤਰ੍ਹਾਂ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ। ਵਿੱਚੋਂ ਆ ਦੇਖੋ ਗਲੋਬ ਆ, ਉੱਪਰ ਦੋ ਗੋਲੇ ਬਣੇ, ਇੱਕ ਲਾਲ ਰੰਗ ਦੇ ਦੋ ਗੋਲੇ ਬਣੇ, ਇਹ ਧੁਰਾ ਆ। ਯਾਨੀ ਧਰਤੀ ਜਦੋਂ ਇਸੇ ਧੁਰੇ 'ਤੇ ਇੱਕ ਚੱਕਰ ਕੱਟਦੀ ਆ, ਉਹਦੇ ਨਾਲ ਦਿਨ ਅਤੇ ਰਾਤ ਬਣਦੇ ਆ। ਠੀਕ ਹੈ, ਉਹ ਦੈਨਿਕ ਗਤੀ ਦਰਸਾਉਂਦੀ ਹੈ। ਇਹ ਆਪਣੇ ਧੁਰੇ ਦੁਆਲੇ ਪੱਛਮ ਤੋਂ ਪੂਰਬ ਵੱਲ 24 ਘੰਟਿਆਂ ਵਿੱਚ ਪੂਰਾ ਚੱਕਰ ਕੱਟਦੀ ਹੈ। ਇੱਕ ਦਿਨ ਵਿੱਚ ਮੁਕੰਮਲ ਹੋਣ ਵਾਲੀ ਇਸ ਗਤੀ ਨੂੰ ਧਰਤੀ ਦੀ ਦੈਨਿਕ ਗਤੀ ਆਖਦੇ ਹਨ। ਧਰਤੀ ਦੇ ਦੋ ਸਿਰੇ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਹਨ। ਬੱਚਿਓ, ਜਿਹੜੇ ਪਿਛਲੇ ਫੋਟੋ ਦੇ ਵਿੱਚ ਤੁਹਾਨੂੰ ਉੱਪਰ ਦੋ ਗੋਲੇ ਲਾ ਕੇ ਲਾਲ ਰੰਗ ਦੇ ਦਿਖਾਏ, ਉਹ ਇੱਕ ਉੱਪਰਲੇ ਪਾਸੇ ਉੱਤਰੀ ਧਰੁਵ ਹੈ, ਹੇਠਾਂ ਵਾਲੇ ਪਾਸੇ ਦੱਖਣੀ ਧਰੁਵ ਹੈ। ਇਹਨਾਂ ਧੁਰਿਆਂ ਦੇ ਸਹਾਰੇ ਧਰਤੀ ਘੁੰਮਦੀ ਹੈ। ਇਹ ਧਰਤੀ ਦੀ ਪੱਛਮ ਤੋਂ ਪੂਰਬ ਵੱਲ ਦੈਨਿਕ ਗਤੀ ਸਦਕਾ ਹੀ ਹੈ ਕਿ ਸਵੇਰੇ ਸੂਰਜ ਪੂਰਬ ਦਿਸ਼ਾ ਵਿੱਚ ਨਿਕਲਦਾ ਦਿਖਾਈ ਦਿੰਦਾ ਹੈ ਅਤੇ ਸ਼ਾਮ ਨੂੰ ਪੱਛਮ ਦਿਸ਼ਾ ਵਿੱਚ ਡੁੱਬਦਾ ਦਿਖਾਈ ਦਿੰਦਾ ਹੈ। ਧੁਰੇ ਦੁਆਲੇ ਘੁੰਮਦਿਆਂ ਧਰਤੀ ਦਾ ਅੱਧਾ ਹਿੱਸਾ ਸੂਰਜ ਦੇ ਸਾਹਮਣੇ ਹੁੰਦਾ ਹੈ, ਅੱਧਾ ਸੂਰਜ ਤੋਂ ਪਰੇ ਹੁੰਦਾ ਹੈ। ਜਿਸ ਕਰਕੇ ਧਰਤੀ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਹੁੰਦਾ ਹੈ, ਉੱਥੇ ਸੂਰਜ ਦੀ ਰੋਸ਼ਨੀ ਪੈਂਦੀ ਹੈ ਅਤੇ ਉੱਥੇ ਦਿਨ ਹੁੰਦਾ ਹੈ। ਜਿਹੜਾ ਪਿੱਛੇ ਹੁੰਦਾ ਆ, ਉੱਥੇ ਸੂਰਜ ਦੀ ਰੋਸ਼ਨੀ ਨਹੀਂ ਪੈਂਦੀ, ਇਸ ਕਰਕੇ ਉੱਥੇ ਰਾਤ ਹੁੰਦੀ ਹੈ। ਧਰਤੀ ਦੇ ਘੁੰਮਣ ਕਰਕੇ ਵਾਰੀ-ਵਾਰੀ ਧਰਤੀ ਦਾ ਹਰੇਕ ਹਿੱਸਾ ਸੂਰਜ ਦੇ ਸਾਹਮਣੇ ਆਉਂਦਾ ਹੈ। ਦਿਨ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਦਿਨ ਦਾ ਸਿਲਸਿਲਾ ਬਣਿਆ ਰਹਿੰਦਾ ਹੈ। ਤੁਸੀਂ ਬੱਚਿਓ ਫੋਟੋ 'ਚ ਦੇਖੋ, ਆ ਜਿਹੜਾ ਲਾਲ ਰੰਗ ਦਾ ਅਤੇ ਪੀਲਾ ਜਿਹਾ, ਇਹ ਸੂਰਜ ਆ, ਇੱਕ ਜਗ੍ਹਾ 'ਤੇ ਖੜਾ ਆ, ਧਰਤੀ ਘੁੰਮਣ ਦੀ ਹੈ। ਹੁਣ ਜਿਹੜਾ ਪਾਸਾ ਧਰਤੀ ਦੇ ਸਾਹਮਣੇ ਆ ਗਿਆ ਉੱਥੇ ਦਿਨ ਆ, ਅਤੇ ਜਿਹੜਾ ਪਿਛਲੇ ਪਾਸੇ ਚਲੇ ਗਿਆ ਉੱਥੇ ਰਾਤ ਆ। ਅਤੇ ਇਸ ਚੱਕਰ ਹਮੇਸ਼ਾ ਚੱਲਦਾ ਰਹਿੰਦਾ ਹੈ। ਧਰਤੀ ਘੁੰਮਦੀ ਰਹਿੰਦੀ ਹੈ। ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆਉਂਦਾ ਉੱਥੇ ਦਿਨ ਹੁੰਦਾ, ਜਿਹੜਾ ਪਿੱਛੇ ਚਲ ਜਾਂਦਾ ਉੱਥੇ ਰਾਤ ਹੋ ਜਾਂਦੀ ਹੈ। ਅੱਗੇ ਬੱਚਿਓ ਆਪਾਂ ਪੜ੍ਹਨਾ ਹੈ ਧਰਤੀ ਦੀ ਦੈਨਿਕ ਗਤੀ ਦੇ ਪ੍ਰਭਾਵ। ਵੀ ਧਰਤੀ ਦੀ ਦੈਨਿਕ ਗਤੀ ਕਰਕੇ ਕਿਹੜਾ ਅਸਰ ਇਸ ਧਰਤੀ 'ਤੇ ਹੁੰਦਾ ਹੈ। ਪਹਿਲਾ, ਮੰਨ ਲਓ ਜੇਕਰ ਧਰਤੀ ਸਥਿਰ ਹੁੰਦੀ ਜਾਂ ਫਿਰ ਧਰਤੀ ਦਾ ਅੱਧਾ ਹਿੱਸਾ ਸੂਰਜ ਦੇ ਸਾਹਮਣੇ ਰਹਿੰਦਾ ਅਤੇ ਅੱਧਾ ਹਿੱਸਾ ਸੂਰਜ ਦੇ ਪਰੇ ਰਹਿਣਾ ਸੀ। ਨਤੀਜੇ ਵਜੋਂ ਜਿਹੜਾ ਸਾਹਮਣੇ ਹੁੰਦਾ ਉੱਥੇ ਹਮੇਸ਼ਾ ਦਿਨ ਰਹਿਣਾ ਸੀ, ਜਿਹੜਾ ਪਿੱਛੇ ਹੁੰਦਾ ਉੱਥੇ ਹਮੇਸ਼ਾ ਰਾਤ ਰਹਿਣੀ ਸੀ।
ਇਸ ਲਈ ਧਰਤੀ ਦੀ ਦੈਨਿਕ ਗਤੀ ਕਰਕੇ ਕਦੀ ਦਿਨ ਕਦੀ ਰਾਤ ਹੁੰਦੇ ਹਨ। ਧਰਤੀ ਦੇ ਸਾਰੇ ਭਾਗਾਂ 'ਤੇ ਕਦੀ ਦਿਨ ਅਤੇ ਕਦੀ ਰਾਤ ਹੁੰਦੀ ਹੈ। ਦੂਸਰਾ, ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਧਰਤੀ ਦੀ ਇਸ ਗਤੀ ਕਰਕੇ ਹੀ ਸਾਨੂੰ ਸੂਰਜ, ਚੰਨ, ਤਾਰੇ ਪੂਰਬ ਤੋਂ ਪੱਛਮ ਵੱਲ ਘੁੰਮਦੇ ਨਜ਼ਰ ਆਉਂਦੇ ਹਨ। ਕਿਉਂਕਿ ਧਰਤੀ ਜਿਹੜੀ ਪੱਛਮ ਤੋਂ ਪੂਰਬ ਵੱਲ ਨੂੰ ਘੁੰਮਦੀ ਆ, ਜਿਹੜੀ ਚੀਜ਼ ਹੁਣ ਇਹ ਇੱਧਰ ਘੁੰਮਦੀ ਹੈ ਅਤੇ ਸਾਨੂੰ ਦੂਜੀਆਂ ਚੀਜ਼ਾਂ ਉਲਟੀਆਂ ਘੁੰਮਦੀਆਂ ਨਜ਼ਰ ਆਉਂਦੀਆਂ ਆ। ਤੀਸਰਾ, ਸਵੇਰੇ ਅਤੇ ਸ਼ਾਮ ਨੂੰ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ। ਤੁਸੀਂ ਬੱਚੇ ਨੋਟ ਕਰਦੇ ਹੋ ਵੀ ਦੁਪਹਿਰ ਵੇਲੇ ਧੁੱਪ ਤੇਜ਼ ਹੁੰਦੀ ਆ, ਸਵੇਰੇ ਅਤੇ ਸ਼ਾਮ ਘੱਟ ਹੁੰਦੀ ਆ। ਠੀਕ ਹੈ, ਉਹ ਇਸ ਕਾਰਨ ਹੁੰਦੀ ਆ। ਇਹ ਜ਼ਿਆਦਾ ਜਗ੍ਹਾ ਘੇਰਦੀਆਂ ਹਨ, ਜਿਨ੍ਹਾਂ ਕਰਕੇ ਇਸ ਸਮੇਂ ਦੌਰਾਨ ਸੂਰਜ ਦੀ ਗਰਮੀ ਘੱਟ ਪੈਂਦੀ ਹੈ, ਪਰੰਤੂ ਦੁਪਹਿਰ ਵੇਲੇ ਇਹ ਕਿਰਨਾਂ ਸਿੱਧੀਆਂ ਪੈਂਦੀਆਂ ਹਨ, ਜਿਸ ਕਰਕੇ ਬਹੁਤ ਗਰਮੀ ਪੈਂਦੀ ਹੈ। ਅਰਥਾਤ ਸਵੇਰ ਅਤੇ ਸ਼ਾਮ ਵੇਲੇ ਗਰਮੀ ਘੱਟ ਪੈਂਦੀ ਹੈ। ਯਾਦ ਰੱਖਣ ਵਾਲੀ ਗੱਲ ਹੈ ਕਿ ਭੂ-ਮੱਧ ਰੇਖਾ 'ਤੇ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਜਿਉਂ-ਜਿਉਂ ਭੂ-ਮੱਧ ਰੇਖਾ ਤੋਂ ਦੂਰ ਉੱਤਰ ਵੱਲ ਜਾਂ ਦੱਖਣ ਵੱਲ ਜਾਈਏ, ਤਿਉਂ-ਤਿਉਂ ਜਿਹੜੀ ਹੈ ਗਰਮੀ ਘਟਣੀ ਸ਼ੁਰੂ ਹੋ ਜਾਂਦੀ ਆ। ਇਹ ਗੱਲ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਚੌਥਾ ਕੀ ਪ੍ਰਭਾਵ ਹੈਗਾ ਦੈਨਿਕ ਗਤੀ ਕਰਕੇ? ਧਰਤੀ ਦੀ ਦੈਨਿਕ ਗਤੀ ਕਰਕੇ ਸਾਰੀਆਂ ਹਵਾਵਾਂ ਜਲ ਸਮੀਰ, ਥਲ ਸਮੀਰ, ਸਥਾਨਕ ਹਵਾਵਾਂ ਚੱਲਣ ਵੇਲੇ ਆਪਣੇ ਖੱਬੇ ਜਾਂ ਸੱਜੇ ਪਾਸੇ ਵੱਲ ਝੁਕਦੀਆਂ ਹਨ। ਅਰਥਾਤ ਇਹ ਸਿੱਧੀਆਂ ਨਹੀਂ ਵਗਦੀਆਂ। ਇਸ ਪ੍ਰਕਿਰਿਆ ਦੀ ਫੈਰਲ ਨਾਂ ਦੇ ਵਿਗਿਆਨੀ ਨੇ ਖੋਜ ਕੀਤੀ ਕਿ ਉੱਤਰੀ ਅਰਧ-ਗੋਲੇ ਵਿੱਚ ਚਲਦੀ ਹਵਾ ਸੱਜੇ ਪਾਸੇ ਨੂੰ ਮੁੜਦੀ ਹੈ ਅਤੇ ਦੱਖਣੀ ਅਰਧ-ਗੋਲੇ ਵਿੱਚ ਚਲਦੀ ਹਵਾ ਖੱਬੇ ਪਾਸੇ ਨੂੰ ਮੁੜਦੀ ਹੈ। ਅਰਥਾਤ ਹਵਾਵਾਂ ਸਿੱਧੀਆਂ ਨਹੀਂ ਚੱਲਦੀਆਂ। ਧਰਤੀ ਦੀ ਵਾਰਸ਼ਿਕ ਗਤੀ ਬੱਚੇ ਦੋ ਗਤੀਆਂ ਸੀ, ਇੱਕ ਦੈਨਿਕ ਗਤੀ ਉਹ ਆਪਾਂ ਪੜ੍ਹ ਚੁੱਕੇ ਹਾਂ, ਜਿਹੜੀ 24 ਘੰਟੇ ਦੇ ਵਿੱਚ ਧਰਤੀ 'ਤੇ ਦਿਨ ਜੋ ਰਾਤ ਬਣਦੇ ਉਹ ਦੈਨਿਕ ਗਤੀ ਹੈ, ਅਤੇ ਦੂਸਰਾ ਵਾਰਸ਼ਿਕ ਗਤੀ। ਵਾਰਸ਼ਿਕ ਮਤਲਬ ਇੱਕ ਸਾਲ ਦੀ ਗਤੀ। ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਇਹ ਆਪਣਾ ਇੱਕ ਚੱਕਰ 365 1/4 ਯਾਨੀ 365 ਦਿਨ ਪੂਰੇ ਅਤੇ ਇੱਕ ਦਿਨ ਦਾ ਚੌਥਾ ਹਿੱਸਾ ਇੰਨੇ ਚਿਰ ਦੇ ਵਿੱਚ ਧਰਤੀ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਦੀ ਹੈ, ਯਾਨੀ 365 ਦਿਨ ਅਤੇ 6 ਘੰਟੇ। ਇਸ ਤਰ੍ਹਾਂ ਅਸੀਂ ਚੌਥੇ ਸਾਲ ਵਿੱਚ ਇੱਕ ਦਿਨ, ਕਿਉਂਕਿ ਹੁਣ ਹਰੇਕ ਸਾਲ ਜਿਹੜਾ ਆ 6 ਘੰਟੇ ਵੱਧਦੇ, ਅਗਲੇ ਸਾਲ ਵੀ 6 ਘੰਟੇ, ਅਗਲੇ ਸਾਲ ਵੀ 6 ਘੰਟੇ, ਚੌਥੇ ਸਾਲ ਵੀ 6 ਘੰਟੇ, ਇਸ ਤਰ੍ਹਾਂ ਕਰਕੇ 6 ਗੁਣਾ 4 24 ਘੰਟੇ ਬਣ ਜਾਂਦੇ ਆ, ਅਤੇ ਚੌਥੇ ਸਾਲ ਦੇ ਵਿੱਚ 24 ਘੰਟੇ ਵੱਧ ਜਾਂਦੇ ਆ। ਅਸੀਂ ਹਰੇਕ ਸਾਲ ਨੂੰ 365 ਦਾ ਲੈ ਕੇ ਚੱਲਦੇ ਹਾਂ। ਜਦੋਂ ਅਸੀਂ ਆਪਾਂ ਕੈਲੰਡਰ ਦੇਖਦੇ ਹਾਂ ਤਾਂ ਉੱਤੇ 365 ਹੀ ਹੁੰਦੇ ਆ, ਪਰ ਹਰੇਕ ਚੌਥੇ ਸਾਲ 366 ਦਿਨ ਹੁੰਦੇ ਆ। ਉਹਨੂੰ ਅਸੀਂ ਲੀਪ ਸਾਲ ਕਹਿੰਦੇ ਹਾਂ। ਕਿਹੜਾ ਸਾਲ ਕਹਿੰਦੇ ਹਾਂ? ਲੀਪ ਸਾਲ। ਇਸ ਤਰ੍ਹਾਂ ਹਰੇਕ ਚੌਥੇ ਸਾਲ ਵਿੱਚ ਸਾਲ ਦੇ ਕੁੱਲ 366 ਦਿਨ ਹੋ ਜਾਂਦੇ ਹਨ। ਇੱਕ ਦਿਨ ਜੋ ਵੱਧਦਾ ਹੈ ਉਸ ਨਾਲ ਫਰਵਰੀ ਮਹੀਨਾ 29 ਦਿਨਾਂ ਦਾ ਹੋ ਜਾਂਦਾ ਆ। ਸਾਰੇ ਸਾਲਾਂ ਦੇ ਵਿੱਚ ਫਰਵਰੀ ਮਹੀਨਾ ਜਿਹੜਾ ਆ ਉਹ 28 ਦਿਨਾਂ ਦਾ ਹੁੰਦਾ ਆ, ਅਤੇ ਚੌਥੇ ਸਾਲ ਜਦੋਂ 3 ਸਾਲਾਂ ਤੋਂ ਬਾਅਦ ਚੌਥਾ ਸਾਲ ਆਉਂਦਾ ਆ ਤਾਂ ਫਰਵਰੀ ਮਹੀਨੇ ਦੇ ਦਿਨ ਜਿਹੜੇ ਆ ਇੱਕ ਦਿਨ ਹੋਰ ਵੱਧ ਜਾਂਦਾ ਆ, ਤਾਂ ਉਹ 29 ਦਿਨ ਹੋ ਜਾਂਦੇ ਆ। ਬਾਕੀ ਸਾਲਾਂ ਵਿੱਚ ਫਰਵਰੀ ਮਹੀਨਾ 28 ਦਿਨਾਂ ਦਾ ਹੁੰਦਾ ਹੈ। ਯਾਦ ਰੱਖੋ, ਜਿਹੜੇ ਸਾਲ ਦਾ ਸੰਨ 4 ਨਾਲ ਪੂਰਾ ਵੰਡਿਆ ਜਾ ਸਕਦਾ ਹੈ ਉਹ ਲੀਪ ਸਾਲ ਹੁੰਦਾ ਆ। ਜਿਵੇਂ 1988, 1992, 1996, 2000, 2004, 2008, 2012 ਆਦਿ ਲੀਪ ਸਾਲ ਹਨ। ਯਾਨੀ ਤੁਸੀਂ ਇਹਨਾਂ ਨੂੰ ਜੇਕਰ ਭਾਗ ਦੇਖੋਗੇ ਨਾ 4 ਦੇ ਨਾਲ, ਤਾਂ ਇਹ ਉਹਦੇ ਨਾਲ ਵੰਡੇ ਜਾਣਗੇ। ਸੂਰਜ ਦੇ ਦੁਆਲੇ ਘੁੰਮਦਿਆਂ ਧਰਤੀ ਦਾ ਪੰਧ ਬਿਲਕੁਲ ਗੋਲ ਨਹੀਂ ਹੁੰਦਾ, ਸਗੋਂ ਇਹ ਅੰਡਾਕਾਰ ਹੁੰਦਾ ਹੈ। ਪੰਧ ਤੋਂ ਮਤਲਬ ਹੈ ਰਸਤਾ। ਜਿਸ ਰਸਤੇ ਧਰਤੀ ਘੁੰਮਦੀ ਹੈ ਉਹ ਜਿਹੜਾ ਉਹਦਾ ਪੰਧ ਆ, ਉਹਦਾ ਰਸਤਾ ਜਿਹੜਾ ਹੈ ਉਹ ਅੰਡਾਕਾਰ ਹੁੰਦਾ, ਪੂਰਾ ਗੋਲ ਨਹੀਂ ਹੁੰਦਾ। ਅਤੇ ਇਸ ਪੰਧ ਨੂੰ ਗ੍ਰਹਿ ਪੰਧ ਵੀ ਆਖਦੇ ਹਨ। ਧਰਤੀ ਸੂਰਜ ਦੇ ਦੁਆਲੇ ਬਹੁਤ ਤੇਜ਼ ਰਫ਼ਤਾਰ ਨਾਲ ਘੁੰਮਦੀ ਹੈ, ਅਰਥਾਤ 1 ਲੱਖ ਤੋਂ ਵੱਧ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹੁੰਦੀ ਹੈ। ਤੁਸੀਂ ਬੱਚਿਓ ਦੇਖੋ, ਆਪਾਂ ਨੂੰ ਇੱਦਾਂ ਲੱਗਦਾ ਵੀ ਧਰਤੀ ਖੜੀ ਹੈ, ਪਰ ਇਹ ਇਸ ਵੇਲੇ ਵੀ 1 ਲੱਖ ਕਿਲੋਮੀਟਰ ਤੋਂ ਵੱਧ ਦੀ ਇਹਦੀ ਸਪੀਡ ਹੈਗੀ 1 ਘੰਟੇ। ਤੁਸੀਂ ਕਾਰ ਜਾਂ ਸਕੂਟਰ ਜਾਂ ਮੋਟਰਸਾਈਕਲ 'ਤੇ ਜਦੋਂ ਜਾਂਦੇ ਨਾ, ਉਦੋਂ ਆਪਣੀ ਸਪੀਡ 50, 60, 70, 80 ਵੱਧ ਤੋਂ ਵੱਧ 100 ਹੁੰਦੀ ਆ, ਅਤੇ ਆਪਾਂ ਨੂੰ ਉਹੀ ਕਿੰਨੀ ਤੇਜ਼ ਲੱਗਦੀ ਹੈ। ਅਤੇ ਇਹ ਦੇਖੋ 1 ਲੱਖ ਕਿਲੋਮੀਟਰ ਦੀ ਰਫ਼ਤਾਰ ਨਾਲ ਘੁੰਮ ਰਹੀ ਹੈ। ਸੂਰਜ ਹਮੇਸ਼ਾ ਹੀ ਮੱਧ ਵਿੱਚ ਹੁੰਦਾ ਹੈ,
ਸੂਰਜ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ। ਧਰਤੀ ਦੇ ਸੂਰਜ ਦੁਆਲੇ ਪਰਿਕਰਮਾ ਦੌਰਾਨ ਆਪਣੇ ਧੁਰੇ ਉੱਤੇ 66.5 ਦੇ ਕੋਣ ਤੇ ਝੁਕੇ ਹੋਣ ਕਰਕੇ ਉੱਤਰੀ ਅਰਧ ਗੋਲੇ ਦਾ ਅੱਧੇ ਤੋਂ ਵੱਧ ਹਿੱਸਾ 21 ਮਾਰਚ ਤੋਂ 23 ਸਤੰਬਰ ਤੱਕ ਸੂਰਜ ਦੇ ਸਾਹਮਣੇ ਰਹਿੰਦਾ ਹੈ। ਇਸੇ ਦੌਰਾਨ ਉੱਤਰੀ ਧਰੁਵ, ਜੋ ਕਿ ਰਕਬੇ ਵਜੋਂ ਸਿਰਫ ਇੱਕ ਬਿੰਦੂ ਹੈ, ਸਾਰਾ ਸਮਾਂ ਦੈਨਿਕ ਗਤੀ ਸਮੇਂ ਸੂਰਜ ਦੇ ਸਾਹਮਣੇ ਹੁੰਦਾ ਹੈ, ਜਿਸ ਕਰਕੇ ਉੱਤਰੀ ਧਰੁਵ ਤੇ 6 ਮਹੀਨੇ ਦਾ ਦਿਨ ਹੁੰਦਾ ਹੈ। ਧਰਤੀ ਦੀ ਇਹ ਸਥਿਤੀ ਵਾਰਸ਼ਿਕ ਗਤੀ ਨਾਲ ਤਬਦੀਲ ਹੋਣ ਮਗਰੋਂ 23 ਸਤੰਬਰ ਤੋਂ 21 ਮਾਰਚ ਤੱਕ ਦੱਖਣੀ ਧਰੁਵ ਨੂੰ ਅਗਲੇ 6 ਮਹੀਨੇ ਲਗਾਤਾਰ ਸੂਰਜ ਦੀ ਰੋਸ਼ਨੀ ਪ੍ਰਾਪਤ ਹੁੰਦੀ ਹੈ, ਜਿਸ ਕਰਕੇ ਇੱਥੇ 6 ਮਹੀਨੇ ਦਿਨ ਚੜ੍ਹਿਆ ਰਹਿੰਦਾ ਹੈ। ਇਹਨਾਂ ਧਰੁਵਾਂ 'ਤੇ 6 ਮਹੀਨੇ ਦਾ ਦਿਨ ਤੇ 6 ਮਹੀਨੇ ਰਾਤ ਹੁੰਦੀ ਹੈ। ਇਸੇ ਦੌਰਾਨ ਭੂਗੋਲਿਕ ਤੌਰ 'ਤੇ 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਰਕ ਰੇਖਾ 'ਤੇ ਸਿੱਧੀਆਂ ਪੈਂਦੀਆਂ ਹਨ ਤੇ 22 ਸਤੰਬਰ ਨੂੰ ਮਕਰ ਰੇਖਾ 'ਤੇ। ਇੰਜ ਜੂਨ ਵਿੱਚ ਉੱਤਰੀ ਅਰਧ ਗੋਲੇ ਵਿੱਚ ਗਰਮੀਆਂ ਦੀ ਰੁੱਤ ਹੁੰਦੀ ਹੈ ਤੇ ਦਸੰਬਰ ਵਿੱਚ ਦੱਖਣੀ ਅਰਧ ਗੋਲੇ ਵਿੱਚ ਸਾਰੇ ਸੰਸਾਰ ਵਿੱਚ 21 ਮਾਰਚ ਤੇ 23 ਸਤੰਬਰ ਨੂੰ ਦਿਨ ਅਤੇ ਰਾਤ ਦੀ ਲੰਬਾਈ ਬਰਾਬਰ ਹੁੰਦੀ ਹੈ। ਕਹਿਣ ਦਾ ਭਾਵ ਹੈ ਵੀ 21 ਮਾਰਚ ਤੇ 23 ਸਤੰਬਰ ਨੂੰ ਦਿਨ ਰਾਤ ਬਰਾਬਰ ਹੁੰਦੇ ਆ, ਕਿਉਂਕਿ ਇਹਨਾਂ ਦੋਹਾਂ ਦਿਨਾਂ ਨੂੰ ਕੋਈ ਵੀ ਧਰੁਵ ਸੂਰਜ ਵੱਲ ਝੁਕਿਆ ਨਹੀਂ ਹੁੰਦਾ। ਕਿਰਨਾਂ ਭੂ-ਮੱਧ ਰੇਖਾ ਉੱਤੇ ਸਿੱਧੀਆਂ ਪੈ ਰਹੀਆਂ ਹੁੰਦੀਆਂ। ਇਸ ਅਵਸਥਾ ਨੂੰ ਵਿਸੂਵੀ ਇਕੁਇਨੋਕਸਿਸ ਆਖਦੇ ਹਨ। ਤਾਂ ਬੱਚਿਓ, ਇਹ ਸੀ ਸਾਡਾ ਧਰਤੀ ਦੀਆਂ ਗਤੀਆਂ ਦਾ ਭਾਗ ਪਹਿਲਾ। ਕਿਉਂਕਿ ਸਾਡਾ ਲੈਸਨ ਥੋੜ੍ਹਾ ਵੱਡਾ ਹੈ, ਇਸ ਕਰਕੇ ਉਸ ਨੂੰ ਬਾਕੀ ਦਾ ਰਹਿੰਦਾ ਜਿਹੜਾ ਲੈਸਨ ਆ ਉਹਨੂੰ ਆਪਾਂ ਦੂਜੇ ਭਾਗ ਦੇ ਵਿੱਚ ਪੂਰਾ ਕਰਾਂਗੇ। ਤਾਂ ਤੁਸੀਂ ਬੱਚਿਓ ਇਸ ਨੂੰ ਥੋੜ੍ਹਾ ਧਿਆਨ ਨਾਲ ਸਮਝਣਾ ਆ, ਇਸ ਨੂੰ ਪੜ੍ਹਨ ਦੀ ਵੀ ਕੋਸ਼ਿਸ਼ ਕਰਨੀ ਆ ਤਾਂ ਕਿ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਵਿੱਚ ਦੱਸੀਆਂ ਗਈਆਂ ਆ ਉਹ ਸਮਝ ਆ ਸਕਣ। ਧੰਨਵਾਦ।